FIR ਹੋਈ ਆ, ਉਹ ਦੋਸ਼ੀ ਨਹੀਂ ਹੈਗੇ। FIR ਹੋਈ ਆ, ਇਦੋਂ ਬਾਅਦ ਚਲਾਨ ਹੋਊਗਾ ਪੇਸ਼, 3 ਮਹੀਨੇ ਚਲਾਨ ਪੇਸ਼ ਹੋਣ ਤੇ ਲੱਗਣਗੇ। ਕੁਛ ਦਰਦ ਰੱਖਦੇ ਹੋ ਜੇ ਜ਼ਿਆਦਾ ਕੁਛ ਕਰਕੇ ਦਿਖਾਓ, ਗੱਲਾਂ ਨਾਲ ਨਹੀਂ ਕੁਛ ਹੋਣਾ, ਟਵੀਟ ਕਰ ਦਿੰਦੇ, ਟਵੀਟਾਂ ਨਾਲ ਨਹੀਂ ਕੁਛ ਹੋਣਾ। ਮੈਂ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਸੁਣਿਆ ਸੀਗਾ ਵੀ ਨਵਜੋਤ ਸਿੰਘ ਦਾ ਇੱਕ ਮਿਸਗਾਈਡਡ ਮਿਜ਼ਾਈਲ ਨੇਗੇ, ਉਹ ਪਤਾ ਨਹੀਂ ਕਿਤੇ ਡਿੱਗ ਪੈਣ। ਉਹ ਮੈਨੂੰ ਲੱਗਦਾ ਹੁਣ ਆਪਦੀ ਪਾਰਟੀ ਤੇ ਡਿੱਗਣਗੇ ਤੇ ਉਹਨੂੰ ਹੀ ਤਬਾਹ ਕਰਨਗੇ। ਅਰਵਿੰਦ ਕੇਜਰੀਵਾਲ ਸਾਹਿਬ ਵੀ ਕਹਿ ਰਹੇ ਸੀ ਵੀ ਮਜੀਠੀਆ ਸਾਹਿਬ ਨਸ਼ੇ ਵੇਚਦੇ ਆ, ਉਹ ਬਕਾਇਦਾ ਮਾਫੀ ਮੰਗ ਕੇ ਗਏ ਨੇ। ਕਿਹੜਾ ਕੇਸ ਰਹਿ ਗਿਆ ਜੀ ਇਹ? ਤੋਂ ਬਾਅਦ ਪਤਾ ਨਹੀਂ ਕਿਹਦੀ ਸਰਕਾਰ ਆਉਣੀ ਹੈਗੀ, ਕਿਹਦੀ ਨਾ। ਉਹੀ ਬੈਂਡਾਟਾ ਪੋਲਿਟਿਕਸ ਕਰੀ ਜਾਂਦੇ ਹੈਗੇ। ਸਤਿ ਸ਼੍ਰੀ ਅਕਾਲ ਜੀ, ਔਨ ਵੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਨੂਰਵਰਜੋਤ ਕਰਦੀ ਹਾਂ ਸਵਾਗਤ। ਸੋ ਸਿਆਸਤ ਦੀ ਜੇਕਰ ਗੱਲ ਕਰ ਲਈਏ ਤਾਂ ਹੁਣ ਸਿਰਫ ਵਿਚਾਲੇ 1 ਮਹੀਨਾ ਰਹਿ ਗਿਆ ਜਿਸ ਤੋਂ ਬਾਅਦ ਇਲੈਕਸ਼ਨ ਹੋ ਜਾਣੇ ਨੇ। ਔਰ ਰੀਸੈਂਟਲੀ ਜੇਕਰ ਦੇਖਿਆ ਜਾਵੇ, ਕੋਈ ਆਪਣੀਆਂ ਗਰੰਟੀਆਂ ਦੇ ਰਿਹਾ ਹੈ, ਕੋਈ ਐਲਾਨ ਕਰ ਰਿਹਾ ਹੈ, ਕੋਈ ਦਾਅਵੇ ਕਰ ਰਿਹਾ ਹੈ, ਵਾਅਦੇ ਕਰ ਰਿਹਾ ਔਰ ਇੱਕ ਦੂਜੇ ਨੂੰ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਪਾਰਟੀਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ, ਟਵੀਟ ਕੀਤੇ ਜਾਂਦੇ ਨੇ, ਤੰਜ ਕਸੇ ਜਾ ਰਹੇ ਨੇ। ਸੋ ਇਸ ਸੰਬੰਧੀ ਜੇ ਸਿਆਸਤ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਤਾਂ ਲੋਕ ਇਸ ਬਾਰੇ ਕੀ ਸੋਚਦੇ ਨੇ? ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਨੌਜਵਾਨਾਂ ਦੇ ਨਾਲ ਕਿ ਨੌਜਵਾਨਾਂ ਦੀ ਕੀ ਸੋਚਣੀ ਹੈ ਇਸ ਬਾਰੇ, ਜਿਹੜੀ ਇਸ ਬਾਰੇ ਸਰਕਾਰ ਚੱਲ ਰਹੀ ਹੈ ਜਾਂ ਸਰਕਾਰ ਆਉਣ ਵਾਲੀ ਹੈ, ਕੀ ਨੌਜਵਾਨਾਂ ਦਾ ਭਰੋਸਾ ਹੈ ਜਾਂ ਨਹੀਂ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੈਂ ਹਰਮਨ ਚਹਿਲ ਜੀ, ਐਡਵੋਕੇਟ ਹਰਮਨ ਚਹਿਲ। ਹਰਮਨ ਜੀ, ਜਿਸ ਤਰ੍ਹਾਂ ਅੱਜ ਸਵੇਰੇ ਖਬਰ ਆਉਂਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਪਰ FIR ਦਰਜ ਹੋ ਗਈ ਹੈ, ਕਿਵੇਂ ਦੇਖਦੇ ਹੋ ਤੁਸੀਂ? ਮੈਮ ਮੇਰੇ ਹਿਸਾਬ ਨਾਲ ਤਾਂ ਇਹ ਜਿਵੇਂ ਇਲੈਕਸ਼ਨਾਂ ਨੇੜੇ ਨੇ ਗੀਆਂ, ਹੁਣ ਚੋਣ ਜਾਬਤਾ ਲੱਗਣ ਨਾਲ ਬੈਂਡਾਟਾ ਪੋਲੀਟਿਕਸ ਹੀ ਹੋ ਰਹੀ ਹੈਗੀ। ਜੇ ਪਹਿਲਾਂ ਕਰਨਾ ਹੁੰਦਾ 5 ਸਾਲ ਇਹਨਾਂ ਦੀ ਸਰਕਾਰ ਸੀਗੀ ਉਦੋਂ ਕਰ ਲੈਂਦੇ। ਇਹ ਤਾਂ ਪੋਲੀਟਿਕਸ 'ਚ ਉਹ ਚੀਜ਼ ਖੇਡ ਰਿਹਾ ਵੀ ਤਲਵਾਰ ਲਮਕਾਈ ਰੱਖੀ, 5 ਸਾਲ ਲਮਕਾਈ ਰੱਖੀ ਵੀ ਹੁਣ ਤਲਵਾਰ ਸਿੱਟ ਦੋ ਗੱਲ ਤੇ। ਮੇਨ ਗੱਲ ਤਾਂ ਇਹ ਆਏ ਆ ਜੀ ਬੈਂਡਾਟਾ ਪੋਲੀਟਿਕਸ 'ਚ ਹੁਣ ਵੀ ਅਸੀਂ ਮਾੜੇ ਜਿਹੇ ਨੰਬਰ ਕੁੱਟ ਜਾਾਂਗੇ। ਗੱਲ ਕਰ ਮੈਨੂੰ ਲੱਗਦਾ ਗਾ ਜਿਵੇਂ 2007 ਵੇਲੇ ਕੈਪਟਨ ਸਾਹਿਬ ਨੇ ਸੁਖਬੀਰ ਬਾਦਲ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫਤਾਰ ਕੀਤਾ ਸੀਗਾ, ਤੇ ਉਵੇਂ ਇਹਨਾਂ ਨੇ ਹਨਾ ਉਹ ਅਕਾਲੀ ਦਲ ਹੋਰ ਮਜ਼ਬੂਤ ਹੋ ਕੇ ਉੱਭਰਿਆ ਸੀਗਾ। ਹੁਣ ਇਸ ਮਾਮਲੇ 'ਚ ਵੀ ਮੈਨੂੰ ਲੱਗਦਾ ਮਜ਼ਬੂਤ ਹੋ ਕੇ ਉੱਭਰੂਗਾ। ਵੈਸੇ ਜਿਹੜਾ ਇਹ ਕੇਸ ਆ FIR ਹੋਈ ਹੈਗੀ, ਇਹ FIR ਦੀ ਮੈਨੂੰ ਲੱਗਦਾ ਐਂਟੀਸਪੇਟਰੀ ਬਿੱਲ ਹੋਈ ਜਾਊਗੀ। ਜੇ ਕੋਰਟ 'ਚ ਇਹ ਇਕੱਲੀ ਹਜੇ FIR ਹੋਈ ਆ, ਉਹ ਦੋਸ਼ੀ ਨਹੀਂ ਹੈਗੇ। FIR ਹੋਈ ਆ, ਇਦੋਂ ਬਾਅਦ ਚਲਾਨ ਹੋਊਗਾ ਪੇਸ਼, 3 ਮਹੀਨੇ ਚਲਾਨ ਪੇਸ਼ ਹੋਣ ਤੇ ਲੱਗਣਗੇ। ਕਿਹੜਾ ਕੇਸ ਰਹਿ ਗਿਆ ਜੀ ਇਹ? ਤੋਂ ਬਾਅਦ ਪਤਾ ਨਹੀਂ ਕਿਹਦੀ ਸਰਕਾਰ ਆਉਣੀ ਹੈਗੀ, ਕਿਹਦੀ ਨਾ। ਉਹੀ ਬੈਂਡਾਟਾ ਪੋਲੀਟਿਕਸ ਕਰੀ ਜਾਂਦੇ ਹੈਗੇ ਇਹ। 1 ਮਹੀਨੇ ਪਹਿਲਾਂ ਇਸ ਤਰ੍ਹਾਂ ਕਰਨਾ, 4.5 ਸਾਲ ਪਹਿਲਾਂ ਜਦੋਂ ਸਰਕਾਰ ਬੈਠੀ ਸੀ ਉਦੋਂ ਕੋਈ ਨਸ਼ੇ ਨੂੰ ਲੈ ਕੇ ਨਹੀਂ ਗੱਲ ਹੋਈ। ਜਿੱਦਾਂ ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਹਜੇ ਤਾਂ ਕੁਝ ਹੋਇਆ ਹੀ ਨਹੀਂ, ਹਜੇ ਤਾਂ ਸ਼ੁਰੂਆਤ ਹੈ। ਇਸ ਤਰ੍ਹਾਂ ਦੇ ਟਵੀਟ ਕੀਤੇ ਗਏ ਨਵਜੋਤ ਸਿੰਘ ਸਿੱਧੂ ਦੇ। ਜਦੋਂ ਇਹ ਹੋਇਆ ਉਸ ਤੋਂ ਬਾਅਦ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦਾ ਕੀਤਾ ਕਰਾਇਆ ਉਹ ਕਰਵਾ ਰਹੇ ਨੇ? ਮੈਂ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਸੁਣਿਆ ਸੀਗਾ ਵੀ ਨਵਜੋਤ ਸਿੰਘ ਦਾ ਇੱਕ ਮਿਸਗਾਈਡਡ ਮਿਜ਼ਾਈਲ ਨੇਗੇ, ਉਹ ਪਤਾ ਨਹੀਂ ਕਿਤੇ ਡਿੱਗ ਪੈਣ। ਉਹ ਮੈਨੂੰ ਲੱਗਦਾ ਹੁਣ ਆਪਦੀ ਪਾਰਟੀ ਤੇ ਡਿੱਗਣਗੇ ਤੇ ਉਹਨੂੰ ਹੀ ਤਬਾਹ ਕਰਨਗੇ। ਉਹਨਾਂ ਦਾ ਹੁਣ ਕੋਈ ਬਾਹਲਾ ਸੀਰੀਅਸ ਲੈਣ ਦਾ ਕੰਮ ਹੀ ਨਹੀਂ ਹੈਗਾ ਜੀ। ਉਹਨਾਂ ਦੇ ਆਪ ਦੇ ਬੰਦੇ ਕਹੀ ਜਾਂਦੇ। ਅੱਜ ਸੁਖਜਿੰਦਰ ਰੰਧਾਵਾ ਦਾ ਬਿਆਨ ਆਇਆ, ਮੈਨੂੰ ਲੱਗਦਾ ਨਿਊਜ਼ 18 ਤੇ ਚੱਲੀ ਜਾਂਦਾ ਸੀਗਾ। ਉਹਨਾਂ ਨੇ ਕਹਿੰਦੇ ਵੀ ਨਵਜੋਤ ਸਿੰਘ ਸਿੱਧੂ ਨਾਲ ਜੋ ਕਹਿੰਦੇ ਆ ਇਹ ਗੱਲ ਕਰ, ਮੈਂ ਆਗਾ ਜਿਹੜਾ ਮੈਂ ਹੰਕਾਰ 'ਚ ਆ ਕੇ ਨਹੀਂ ਗੱਲ ਕਰਦਾ। ਉਹ ਇਨਡਾਇਰੈਕਟਲੀ ਉਹਨਾਂ ਨੇ ਨਵਜੋਤ ਸਿੱਧੂ ਨੂੰ ਕਹਿਤਾ ਵੀ ਉਹ ਹੰਕਾਰ 'ਚ ਆ ਕੇ ਗੱਲਾਂ ਕਰਦਾ ਗਾ। ਇਹਦਾ ਮਤਲਬ ਹੁਣ ਸਾਰੀ ਕਾਂਗਰਸ ਵੀ ਉਹਦੇ ਵਿਰੋਧ 'ਚ ਆ ਕਿ ਮਿਸਗਾਈਡਡ ਮਿਜ਼ਾਈਲ ਜਦੋਂ ਕਾਂਗਰਸ ਤੇ ਡਿੱਗੂਗੀ ਤਾਂ ਕਾਂਗਰਸ ਨੂੰ ਤਬਾਹੀ ਕਰੂਗੀ। ਮੈਮ ਜਿਹੜੇ ਹੁਣ DGP ਲਾਇਆ ਚਟੋਪਾਧਿਆ ਜੀ, ਉਹ ਵੀ ਨਹੀਂ ਹਜੇ ਪੱਕੇ ਹੈਗੇ। UPSC ਨੇ ਹਜੇ ਉਹਨਾਂ ਨੂੰ ਪੱਕਾ ਕੀਤਾ ਹੀ ਨਹੀਂ ਹੈਗਾ। ਹਜੇ ਮੀਟਿੰਗਾਂ ਹੋਣੀਆਂ ਨੇਗੀਆਂ, ਪਤਾ ਨਹੀਂ ਕਿਹਨੂੰ ਮੈਰਿਟ ਦੇ ਆਧਾਰ ਤੇ ਬਣਾਉਣਗੇ, ਹੋਰ ਕਰਨਗੇ। ਇਹ ਤਾਂ ਜੀ ਸਾਰਾ ਹੁਣ ਤੁਸੀਂ ਗੱਲ ਸੁਣੋ, ਜਦੋਂ ਕਾਨੂੰਨ ਤੋਂ ਬਾਹਰ ਜਾ ਕੇ ਆਪਾਂ ਕੋਈ ਵੀ ਗੱਲ ਕਰਦੇ ਹਾਂ, ਜਿਹੜੇ ਜ਼ਿੰਮੇਦਾਰ ਆਫੀਸਰਸ ਹੁੰਦੇ ਨੇਗੇ ਉਹ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਹੈਗੇ। ਚਟੋਪਾਧਿਆ ਸਾਹਿਬ ਨਾਲ ਜਾਂ ਤਾਂ ਕੋਈ ਸੌਦਾ ਹੋਇਆ ਹੋਊਗਾ ਜਾਂ ਹੋਰ, ਮੈਨੂੰ ਲੱਗਦਾ ਬਹੁਤ ਸੂਝਵਾਨ ਨੇਗੇ, ਉਹ ਇਹੋ ਜਿਹੀ ਗੱਲ ਨਹੀਂ ਕਰਨਗੇ। ਲੇਕਿਨ ਜਿਹੜਾ ਇਹ FIR ਵਾਲਾ ਮਾਮਲਾ ਗਾ, ਇਹ ਲੋਕਾਂ ਨੂੰ ਸਮਝਣਾ ਪਊਗਾ। ਇਹ ਲਾਅ ਦਾ ਹੀ ਟੈਕਨੀਕਲ ਮਾਮਲਾ ਗਾ ਵੀ ਜਦੋਂ FIR ਹੋ ਗਈ ਇਹਦਾ ਮਤਲਬ ਬੰਦਾ ਦੋਸ਼ੀ ਨਹੀਂ ਹੈਗਾ। ਉਦੋਂ ਬਾਅਦ 'ਚੋਂ ਚਲਾਨ ਪੇਸ਼ ਕਰੂਗੀ ਪੁਲਿਸ 3 ਮਹੀਨਿਆਂ 'ਚ। ਉਸ ਤੋਂ ਬਾਅਦ ਜਾ ਕੇ ਕੇਸ ਚੱਲੂਗਾ, ਪਤਾ ਨਹੀਂ ਕਦੋਂ ਉਹਦਾ ਉਹ ਹੋਊਗਾ। ਤੁਸੀਂ ਭੋਲੇ ਵਰਗਿਆਂ ਦਾ ਲਾ ਲਓ, ਜਗਦੀਸ਼ ਭੋਲੇ ਨੇ ਮਜੀਠੀਆ ਸਾਹਿਬ ਦਾ ਉਹ ਕੀਤਾ ਸੀਗਾ। ਉਦੋਂ ਬਾਅਦ 'ਚੋਂ ਆਪਣਾ ਕੀ ਬਾਜਵਾ ਸਾਹਿਬ, ਇਹਨਾਂ ਦੇ ਪ੍ਰਤਾਪ ਸਿੰਘ ਬਾਜਵਾ, ਉਹ ਤੇ ਹੁਣ ਸਾਡੀ ਚਲੋ ਅਕਾਲੀ ਦਲ 'ਚ ਆ ਗਏ ਜਗਮੀਤ ਬਰਾੜ ਜੀ, ਉਹਨਾਂ ਨੇ ਬਹੁਤ ਬਿਆਨ ਦਿੱਤੇ ਸੀਗੇ, ਉਦੋਂ ਕਾਂਗਰਸ 'ਚ ਸੀਗੇ ਉਦੋਂ। ਤੇ ਇਹਨਾਂ ਦਾ ਤੁਸੀਂ ਐਂ ਲਾ ਲਓ ਹਿਸਾਬ ਵੀ ਉਦੋਂ ਹਾਈ ਕੋਰਟ ਜਾ ਕੇ ਇਹਨਾਂ ਨੇ ਪਟੀਸ਼ਨਾਂ ਪਾਈਆਂ ਵੀ ਮਜੀਠੀਏ ਨੂੰ ਤੁਸੀਂ ਗ੍ਰਿਫਤਾਰ ਕਰੋ। ਹਾਈ ਕੋਰਟ ਨੇ ਉਹ ਪਟੀਸ਼ਨਾਂ ਰੱਦ ਕਰਤੀਆਂ ਸੀਗੀਆਂ। ਤੇ ਤੁਸੀਂ ਐਂ ਲਾ ਲਓ ਜੋ ਹਾਈ ਕੋਰਟ ਉਦੋਂ ਦੀ ਕਲੀਨ ਚਿੱਟ ਦੇਈ ਜਾਂਦੀ ਹੈਗੀ। ਹੁਣ ਜਿਹੜਾ ਇਹਨਾਂ ਨੇ ਲਿਫਾਫਿਆਂ 'ਚ ਬੰਦ ਕਰਕੇ ਇੱਕ ਰਿਪੋਰਟ ਰੱਖੀ ਆ, ਜਿਹੜੀ ਰੋਜ਼ ਕਹਿ ਦਿੰਦੇ ਆ, ਕਦੇ ਸਿੱਧੂ ਦੇ ਘਰ ਵਾਲੀ ਕਹਿ ਦਿੰਦੀ ਹੈਗੀ ਵੀ ਅਸੀਂ ਰਿਪੋਰਟ ਜੀ ਉਹ ਐਂ ਕਰਾਂਗੇ। ਉਹਨੇ ਜ਼ਿਆਦਾ ਰਿਪੋਰਟ ਪੜ੍ਹੀ ਹੋਈ ਆ?
ਹੈ। ਹੁਣ ਤੁਸੀਂ ਐਂ ਲਾ ਲਓ, ਉਹ ਰਿਪੋਰਟ ਇਹ ਜੱਗ ਜ਼ਾਹਰ ਕਿਉਂ ਨਹੀਂ ਕਰਦੇ? ਮੈਨੂੰ ਲੱਗਦਾ ਉਹ 'ਚ ਮਜੀਠੀਆ ਸਾਹਿਬ ਦਾ ਨਾਂ ਹੀ ਨਹੀਂ ਹੈਗਾ, ਇਸ ਕਰਕੇ FIR ਕੱਟੀ ਗਈ ਆ। ਜਾਂ ਤਾਂ ਉਹ ਜੱਗ ਜ਼ਾਹਰ ਕਰਦੇ ਸਾਰਾ ਕੁਛ, ਉਦੋਂ ਬਾਅਦ 'ਚੋਂ FIR ਕਰਦੇ, ਫਿਰ ਤਾਂ ਅਸੀਂ ਮੰਨਦੇ। ਹੁਣ ਤਾਂ ਇਹ ਸਾਰੀ ਵੈਂਡੇਟਾ ਪੋਲੀਟਿਕਸ ਆ ਗਈ ਮੈਡਮ, ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਨੇਗੇ। ਜੇ ਗੱਲ ਕਰ ਲਈਏ ਤਾਂ ਅੱਜ ਖਬਰ ਆਈ, ਕਹਿੰਦੇ ਨੇ ਕਿ ਖੇਡ ਮੰਤਰੀ ਆਪਣੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਸਤੀਫਾ ਦੇ ਦਿੱਤਾ ਹੈ ਜੀ, ਤੇ ਉਸ ਤੋਂ ਬਾਅਦ BJP 'ਚ ਸ਼ਾਮਿਲ ਹੋ ਗਈ। ਕਿਵੇਂ ਦੇਖਦੇ ਹੋ ਤੁਸੀਂ? ਮੈਡਮ ਇਹਨਾਂ ਦਾ ਕੁਝ ਪਤਾ ਹੀ ਨਹੀਂ ਜੀ। ਇੰਨੇ 5 ਸਾਲ ਲਾ ਲਓ, 5 ਸਾਲ ਪੂਰੇ ਹੋਣ ਵਾਲੀ ਆ, ਕੰਮ ਕੋਈ ਕੀਤਾ ਨਹੀਂ। ਪਹਿਲਾਂ ਕੈਪਟਨ ਸਾਹਿਬ ਵੇਲੇ ਦੇਖ ਲਓ, ਇਹਨਾਂ ਨੂੰ ਮੰਤਰੀ ਦਾ ਅਹੁਦਾ ਦਿੰਦੇ ਸੀ, ਵਿਰੋਧ ਹੋਇਆ, ਫਿਰ ਲਾਹਿਆ ਇਹਨਾਂ ਨੂੰ ਹਨਾ। ਪਰ ਹੁਣ BJP 'ਚ ਕੋਈ ਕਾਰਨ ਹੀ ਹੋ, BJP ਨੇ ਕੋਈ ਹਨਾ ਸੈਂਟਰ ਦੇ ਕੋਈ ED ਦੀ ਰੇਡ ਕੁਛ ਵੀ ਲਾ ਲਓ, ਕੁਛ ਐਂ ਕਰਕੇ ਉਹਨਾਂ ਨੇ ਸ਼ਾਮਿਲ ਕਰਾਇਆ ਹੋਊ ਇਹਨਾਂ ਨੂੰ। ਨਹੀਂ ਇਹ ਤਾਂ ਚੰਗੇ ਭਲੇ ਸੀ, ਇਹਨਾਂ ਦੀ ਸਰਕਾਰ ਸੀ, ਕੀ ਲੋੜ ਸੀ ਇਹਨਾਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਦੀ ਜੀ? ਕੋਈ ਅੰਦਰਲੀ ਗੱਲਬਾਤ ਆ, ਜੇ ਆਪਾਂ ਦੇਖੀਏ ਅੰਦਰਲੀ ਗੱਲਬਾਤ ਆ ਤਾਂ ਹੀ BJP 'ਚ ਸ਼ਾਮਿਲ ਹੋਏ ਆ। ਇੱਕ ਪਾਸੇ ਜੀ ਸਵਾਲ ਇਸ ਤਰ੍ਹਾਂ ਦਾ ਖੜਾ ਹੋ ਜਾਂਦਾ ਵੀ ਜਿਸ ਹਿਸਾਬ ਨਾਲ ਕੈਪਟਨ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ BJP ਦੇ ਨਾਲ ਹੋ ਸਕਦੀ ਹੈ ਨਾ ਸੈਟਿੰਗ, ਔਰ ਉਸ ਹਿਸਾਬ ਨਾਲ ਇਹ ਵੀ ਕਾਂਗਰਸ ਦੇ ਸੀਗੇ, ਤਾਂ ਕੀ ਲੱਗਦਾ ਕਿ ਕੈਪਟਨ ਸਾਹਿਬ ਦੇ ਬੰਦੇ ਨੇ ਤੇ ਕੈਪਟਨ ਸਾਹਿਬ ਦੇ ਨਾਲ ਜਾ ਕੇ ਰਲ ਜਾਣਗੇ? ਹੋ ਸਕਦਾ ਜੀ, ਜਿਵੇਂ ਹੁਣ ਢੀਂਡਸਾ ਸਾਹਿਬ ਵੀ ਦੇਖੀਏ, ਉਹ ਅਕਾਲੀ ਦਲ ਤੋਂ ਅੱਡ ਕਿਉਂ ਹੋਏ ਸੀ? ਉਹਨਾਂ ਨੂੰ ਐ ਸੀ ਮੈਂ BJP ਨਾਲ ਕਰਕੇ ਕੰਮ ਆਪਦਾ ਕੋਈ ਸਰਕਾਰ ਸਾਡੀ ਬਣ ਸਕਦੀ ਹੈ, ਕੁਛ ਵੀ ਲਾ ਲਓ। ਪਰ ਕਿਸਾਨ ਮੋਰਚਾ ਲੱਗ ਗਿਆ, BJP ਦਾ ਵਿਰੋਧ ਹੋ ਗਿਆ, ਉਹ ਤਾਂ ਵਿਚਾਰੇ ਅੱਧ ਵਿਚਾਲੇ ਰਹਿ ਗਏ। ਇਹ ਕਿਸਾਨਾਂ ਦੇ ਭਾਜਪਾ ਜੀ, ਜੇ ਆਪਾਂ ਦੇਖੀਏ ਕਿਸਾਨਾਂ ਦੀ ਕਾਤਲ ਆ। 750 ਕਿਸਾਨ ਮਰ ਗਏ, ਸ਼ਹੀਦ ਹੋ ਗਏ ਆਪਣੇ ਹਨਾ, ਮਾਫੀ ਨਹੀਂ ਮੰਗੀ, ਕੁਛ ਹੋਰ ਨਹੀਂ। ਬਿੱਲ ਤਾਂ ਰੱਦ ਕੀਤੇ, ਜੇ ਪਹਿਲਾਂ ਹੀ ਕਰ ਦਿੰਦਾ ਕੀ ਜਾਣਾ ਸੀ, ਬਿੱਲ ਬਣਾਉਂਦੇ ਹੀ ਨਾ। ਹੁਣ ਉਹੀ ਕਾਤਲ ਪਾਰਟੀ ਨਾਲ ਰਾਣਾ ਗੁਰਮੀਤ ਸੋਢੀ ਜੀ ਸ਼ਾਮਿਲ ਹੋਏ ਨੇ। ਕਿਉਂ? ਦੇਖੀਏ ਪੰਜਾਬ ਦੇ ਗਦਾਰ ਹੀ ਨੇ ਇੱਕ ਹਿਸਾਬ ਦੇ, ਜੇ ਆਪਾਂ ਦੇਖੀਏ ਉਹਨਾਂ ਨੂੰ ਚਾਹੀਦਾ ਸੀ ਸੌਰੀ, ਪਰ ਉਹਨਾਂ ਨੇ ਗਲਤ ਕੀਤਾ ਜੀ, ਬਹੁਤ ਗਲਤ ਕੀਤਾ BJP ਨਾਲ ਰਲ ਕੇ। ਗਲਤ ਫੈਸਲਾ ਉਹਨਾਂ ਦਾ ਇਹ ਬਹੁਤ ਜੀ। ਜਿਸ ਹਿਸਾਬ ਨਾਲ ਕਾਂਗਰਸ ਦੀ ਕੀ ਕਾਰਗੁਜ਼ਾਰੀ ਦਿਖ ਰਹੀ ਹੈ ਤੁਹਾਨੂੰ? 4.5 ਸਾਲ ਹੋ ਗਏ ਕੈਪਟਨ ਸਾਹਿਬ ਛੱਡ ਗਏ ਸੀਗੇ, ਤੇ ਹੁਣ ਜਿਸ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ, ਚੰਨੀ ਸਾਹਿਬ ਐਲਾਨਜੀਤ ਦਾ ਨਾਮ ਦਿੱਤਾ ਜਾ ਰਿਹਾ ਹੈ, ਕੀ ਤੁਹਾਨੂੰ ਕਾਰਗੁਜ਼ਾਰੀ ਦਿਖ ਰਹੀ ਹੈ 4.5 ਮਹੀਨਿਆਂ ਦੇ ਵਿੱਚ? ਕੁਛ ਵੀ ਨਹੀਂ ਜੀ। ਚੰਨੀ ਸਾਹਿਬ ਦੇਖੀਏ ਜੀ, ਆਪਾਂ ਪਹਿਲਾਂ ਮਿਨਿਸਟਰ ਸੀ, ਜੇ ਉਹ ਪੰਜਾਬ ਦਾ ਦਰਦ ਰੱਖਦੇ ਆ, ਮਿਨਿਸਟਰ ਸੀ, ਉਹ ਆਪਦੇ ਮਹਿਕਮੇ ਦਾ ਕੰਮ ਕਰ ਲੈਂਦੇ। ਪਾਵਰ ਸੀ ਉਹਨਾਂ ਕੋਲ ਕਿਹੜਾ ਪਾਵਰ ਨਹੀਂ ਸੀ? ਮੰਤਰੀ ਸੀ, ਉਦੋਂ ਕੰਮ ਕਰ ਲੈਂਦੇ। ਆਪਾਂ 4 ਮਹੀਨੇ ਨਾ ਲਾਈਏ ਜੀ, 5 ਸਾਲ ਹੀ ਗਿਣੀਏ ਉਹਨਾਂ ਦੇ, 5 ਸਾਲ ਹੀ ਗਿਣੇ। ਸਰਕਾਰ ਦੇ ਵਿੱਚ ਤਾਂ ਉਹ ਵੀ ਰਹੇ ਨੇ। ਸਾਰੀ ਗੱਲ ਕੈਪਟਨ ਸਾਹਿਬ ਦੇ ਉੱਪਰ ਸਿੱਟ ਦਿੰਦੇ ਨੇ ਨਾ ਜੀ। ਪਰ ਕੰਮ ਤਾਂ ਉਹ ਵੀ ਕਰ ਸਕਦੇ ਸੀ। ਹੁਣ ਤਾਂ ਇਹਨਾਂ ਨੂੰ ਬਹਾਨਾ ਹੋ ਗਿਆ ਜੀ, ਮੁੱਖ ਮੰਤਰੀ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ, ਮੁੱਖ ਮੰਤਰੀ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ। ਵੀ ਤੁਹਾਡੇ ਹੱਥ ਕੋਈ ਤਾਂ ਪਾਵਰ ਸੀ। ਇਹਨਾਂ ਨੇ ਪਿੰਡ 'ਚ ਇੱਕ ਨਲਕਾ ਤੱਕ ਨਹੀਂ ਲਵਾਇਆ ਜੀ। ਹੁਣ ਜਿਹੜੇ ਪਹਿਲਾਂ ਕੰਮ ਹੋਏ ਸੀ ਹਨਾ, ਜਿਵੇਂ ਸੇਵਾ ਕੇਂਦਰ ਖੁੱਲ੍ਹੇ ਸੀ, ਉਹ ਵੀ ਬੰਦ ਕਰਾਤੇ। ਹੁਣ ਪਿੰਡਾਂ 'ਚ ਜਾ ਕੇ ਦੇਖੋ ਜੀ, ਉੱਥੇ ਪਿੰਡਾਂ ਦੇ ਲੋਕਾਂ ਨੇ ਪਾਥੀਆਂ ਪੱਥਰ ਕੇ ਸਾਰਾ ਉਹ ਕਰ ਰੱਖਿਆ ਜੀ ਸੇਵਾ ਕੇਂਦਰ। ਅਜੇ ਆਪਾਂ ਪਿੰਡਾਂ 'ਚ ਜਾ ਕੇ ਦੇਖੀਏ ਕੀ ਕੀਤਾ ਇਹਨਾਂ ਨੇ। ਹੁਣ ਆ ਗਏ ਸਿੱਧੂ ਸਾਹਿਬ, ਦੇਖ ਲਓ ਸਿੱਧੂ ਸਾਹਿਬ ਦਾ ਕੀ ਆ। ਪਹਿਲਾਂ ਕੈਪਟਨ ਸਾਹਿਬ ਨਾਲ ਲੜ ਗਏ, ਚਲੋ ਉਹਨਾਂ ਦੀ ਜਿਹੜੀ ਪਾਵਰ ਰਾਹੁਲ ਗਾਂਧੀ ਨੇ ਉਹਨਾਂ ਨੂੰ ਬਣਾਤਾ ਪ੍ਰਧਾਨ, ਤੇ ਪ੍ਰਧਾਨ ਬਣਾਇਆ, ਕੈਪਟਨ ਸਾਹਿਬ ਬਾਹਰ ਨਿਕਲ ਗਏ, ਅੱਡ ਹੋ ਗਏ, ਸਾਰੀ ਪਾਵਰ ਉਹਨਾਂ ਦੇ ਹੱਥ ਆ ਗਈ। ਉਹ ਕਰ ਲੈਂਦੇ ਜੀ, ਕਹਿੰਦੇ ਜੀ ਮੈਂ ਪੰਜਾਬ ਦਾ ਕਰ ਦੂੰ, ਉਹ ਕਰ ਦੂੰ, ਉਹ ਕਰ ਦੂੰ। ਹੁਣ ਪਾਵਰ ਸੀ ਕਰ ਦਿੰਦੇ। ਹੁਣ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਬਣਾਇਆ, ਹੁਣ ਚੰਨੀ ਸਾਹਿਬ ਦੇ ਨਾਲ ਲੜ ਪਏ। ਚੰਨੀ ਸਾਹਿਬ ਉਹਨਾਂ ਦੇ ਉਲਟ ਦੇ ਦਿੰਦੇ ਆ ਬਿਆਨ, ਉਹ ਉਹਨਾਂ ਦੇ ਉਲਟ ਦੇ ਦਿੰਦੇ ਆ। ਕੋਈ ਗੱਲ ਆ ਜੀ? ਮਜ਼ਾਕ ਹੈ ਇਹ ਕੋਈ? ਵੀ ਤੁਸੀਂ ਸਰਕਾਰ ਹੋ, ਤੁਸੀਂ ਪੰਜਾਬ ਦੇ ਲੋਕਾਂ ਦੇ ਸਰਕਾਰ ਕੀ ਹੁੰਦੀ ਆ? ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖ ਸਭ ਕੁਝ ਸਰਕਾਰੀ ਦਾ ਕਰਦੇ ਆ। ਵੋਟਾਂ ਚੁਣ ਕੇ ਆਏ ਨੁਮਾਇੰਦੇ, ਤੁਸੀਂ ਪਾਵਰ ਰੱਖਦੇ, ਕੁਛ ਕਰੋ। ਆਹ 'ਚ ਲੜੀ ਜਾਂਦੇ ਆ, ਉਹਨੇ ਉਹਨੂੰ ਆਹ ਕਹਿਤਾ, ਉਹਨੇ ਉਹਨੂੰ ਆਹ ਕਹਿਤਾ। ਕੋਈ ਗੱਲਾਂ ਨੇ ਜੀ? ਕੁਛ ਦਰਦ ਰੱਖਦੇ ਹੋ ਜੇ ਪੰਜਾਬ ਦਾ, ਕੁਛ ਕਰਕੇ ਦਿਖਾਓ। ਗੱਲਾਂ ਨਾਲ ਨਹੀਂ ਕੁਛ ਹੋਣਾ, ਟਵੀਟ ਕਰ ਦਿੰਦੇ ਆ, ਟਵੀਟਾਂ ਨਾਲ ਨਹੀਂ ਕੁਛ ਹੋਣਾ। ਜੇ ਪੰਜਾਬ ਦਾ ਦਿਲ 'ਚ ਦਰਦ ਰੱਖਦੇ ਹੋ, ਲੋਕ ਕਿੰਨੇ ਹਸਪਤਾਲਾਂ 'ਚ ਮਰਦੇ ਆ, ਵਿਚਾਰਿਆਂ ਨੂੰ ਦਵਾਈਆਂ ਨਹੀਂ ਮਿਲਦੀਆਂ। ਛੋਟੇ ਛੋਟੇ ਜਵਾਕ ਨੇ, ਪੜ੍ਹਾਈਆਂ ਨਹੀਂ ਉਹਨਾਂ ਨੇ ਹੁੰਦੀਆਂ। ਕਹਿੰਦੇ ਜੀ ਸਮਾਰਟ ਸਕੂਲ ਖੋਲ੍ਹਤੇ, ਆਹ ਕਰਤਾ, ਵਾਹ ਕਰਤਾ। ਸਭ ਫੇਕ ਨੇ ਜੀ, ਆਪਸ 'ਚ ਲੜੀ ਜਾਂਦੇ ਆ। ਇਹਨਾਂ ਦਾ ਕੰਮ ਕੀ ਆ ਜੀ? ਬਸ ਨਿਊਜ਼ 'ਚ ਬਣੇ ਰਹਿਣਾ। ਜੇ ਇੱਕ ਟਵੀਟ ਕਰਤਾ, ਸਾਰੇ ਚੈਨਲ ਵਾਲੇ ਗੱਲ ਚੱਕ ਲੈਣੀ ਆ। ਮੈਨੂੰ ਨਵਜੋਤ ਸਿੰਘ ਸਿੱਧੂ ਨੇ ਕੀਤਾ ਟਵੀਟ, ਬਸ ਹੀ ਖਬਰਾਂ 'ਚ ਬਣ ਗਏ। ਕੋਈ ਬਿਆਨ ਦੇ ਤਾਂ ਖਬਰਾਂ 'ਚ ਬਣ ਗਏ। ਵੀ ਕੰਮ ਤਾਂ ਕਰੋ। ਲੋਕਾਂ ਦੀ ਆਪਣਿਆਂ ਦੀ ਇਹਨਾਂ ਨੇ ਸੋਚ ਹੀ ਗਲੀਆਂ ਨਾਲੀਆਂ ਤੱਕ ਖੜਾਤੀ, ਉੱਤੇ ਇਹਨਾਂ ਦੀ ਸੋਚ ਉੱਠਣੀ ਨਹੀਂ ਦਿੱਤੀ। ਹੁਣ ਜੀ ਕੀ ਆ ਚੰਨੀ ਸਾਹਿਬ ਨੇ ਆ ਬਸ ਜਿਹੜੀਆਂ ਸੜਕਾਂ ਤੁਸੀਂ ਦੇਖ ਰਹੇ ਹੋ, ਇਹਨਾਂ ਤੇ ਲੁੱਕ ਪਵਾਤੀ। ਹੁਣ ਕਹਿਣਗੇ ਚੰਨੀ ਸਾਹਿਬ ਆਏ, ਪਹਿਲਾਂ ਸੜਕਾਂ ਟੁੱਟੀਆਂ ਸੀ, ਹੁਣ ਲੁੱਕ ਪਵਾਤੀ ਚੰਨੀ ਸਾਹਿਬ। ਵੀ ਇੱਥੇ ਤੱਕ ਕੀ ਸੋਚ ਆਪਣੀ? ਅਮਰੀਕਾ ਕੈਨੇਡਾ ਦੇਸ਼ ਐਡੇ ਵੱਡੇ ਦੇਖੀਏ, ਉੱਥੇ ਤੱਕ ਆਪਾਂ ਕਦੋਂ ਪਹੁੰਚਾਂਗੇ ਜੇ ਆਪਾਂ ਇੱਥੇ ਤੱਕ ਹੀ ਰਹਿ ਗਏ? ਲੋਕਾਂ ਦੀ ਤਾਂ ਸੋਚ ਅੱਡ, ਇੱਥੇ ਤਾਂ ਜੀ ਆਪਣੇ ਮੰਤਰੀ ਮੁੱਖ ਮੰਤਰੀ ਆਪਸ 'ਚ ਲੜੀ ਜਾਂਦੇ ਨੇ। ਵਿਕਰਮ ਸਿੰਘ ਮਜੀਠੀਆ ਦੇ ਉੱਪਰ FIR ਦਰਜ ਹੋ ਗਈ ਹੈ, ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਉਂਦਾ, ਔਰ ਕਹਿੰਦੇ ਨੇ ਇਹ ਤਾਂ ਹਜੇ ਹੋਇਆ ਹੀ ਕੁਛ ਨਹੀਂ। ਕਹਿੰਦੇ
ਦੇਖੋ ਇਹ 4.5 ਸਾਲ ਪਹਿਲਾਂ ਵੀ ਇਹੀ ਕਹਿ ਰਹੇ ਸੀ ਅਸੀਂ ਵੀ ਬਾਦਲਾਂ ਨੂੰ ਅੰਦਰ ਕਰਾਂਗੇ, ਤੇ ਹੁਣ 1 ਮਹੀਨਾ ਰਹਿ ਗਿਆ ਹੂੰ ਮੇਰਾ ਖਿਆਲ, ਹਜੇ FIR ਹੋਈ ਆ, ਹਜੇ ਚਲਾਨ ਪੇਸ਼ ਹੋਊਗਾ, ਉਦੋਂ ਨੂੰ ਇਲੈਕਸ਼ਨ ਕਮਿਸ਼ਨ ਲੱਗ ਜੂ। ਹੁਣ ਇਹਨਾਂ ਨੂੰ ਆਇਆ ਸੀ ਨੰਬਰ ਕੁੱਟ ਲਈਏ, FIR ਦਰਜ ਹੋਈ ਆ, ਕੋਈ ਕੇਸ ਦਰਜ ਥੋੜੀ ਹੋਇਆ, ਕੋਈ ਕੋਰਟ ਵੱਲੋਂ ਆਰਡਰ ਥੋੜੀ ਆ, ਦੋਸ਼ੀ ਕਰਾਰ ਥੋੜੀ ਦਿੱਤਾ, ਹਜੇ ਤਾਂ FIR ਹੋਈ ਹੈ, ਹਜੇ ਕੇਸ ਚੱਲੂਗਾ ਜੀ। ਜਿੱਥੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਨਸ਼ੇ ਖਿਲਾਫ ਮੈਂ ਬੋਲਦਾ ਰਹਾਂਗਾ, ਕਹਿੰਦੇ ਸਾਨੂੰ ਇਸ ਤਰ੍ਹਾਂ ਦੇ ਲੀਡਰਾਂ ਦੀ ਲੋੜ ਨਹੀਂ ਹੈ ਜੋ ਨਸ਼ੇ ਨੂੰ ਲੈ ਕੇ ਉਹ ਕਰਦੇ ਨੇ, ਕਿ ਸਾਨੂੰ ਇੱਕ ਸਮਾਜ ਸੇਵੀ ਵਧੀਆ ਲੀਡਰ ਦੀ ਲੋੜ ਹੈ ਹਨਾ। ਔਰ ਨਸ਼ੇ ਨੂੰ ਲੈ ਕੇ ਹੁਣ ਨਵਜੋਤ ਸਿੰਘ ਸਿੱਧੂ ਇਹ ਗੱਲ ਰੱਖ ਰਹੇ ਨੇ, 4.5 ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇਸ ਤਰ੍ਹਾਂ ਦਾ ਕੀ ਕੀਤਾ? ਦੇਖੋ ਨਸ਼ੇ ਵਿਰੁੱਧ ਇਹਨਾਂ ਦਾ ਮੇਨ ਮੁੱਦਾ ਸੀ ਪਹਿਲਾਂ, ਅਰਵਿੰਦ ਕੇਜਰੀਵਾਲ ਸਾਹਿਬ ਵੀ ਕਹਿ ਰਹੇ ਸੀ ਵੀ ਮਜੀਠੀਆ ਸਾਹਿਬ ਨਸ਼ੇ ਵੇਚਦੇ ਆ, ਉਹ ਬਕਾਇਦਾ ਮਾਫੀ ਮੰਗ ਕੇ ਗਏ ਨੇ, ਮਾਫੀ ਮੰਗੀ ਆ ਉਹਨਾਂ ਨੇ ਮਜੀਠੀਆ ਸਾਹਿਬ ਤੋਂ ਵੀ ਨਸ਼ਿਆਂ ਦੇ ਪ੍ਰਚਾਰ ਗਲਤ। ਜਿੰਨਾ ਚਿਰ ਆਪਣੇ ਕੋਲ ਕੋਈ ਸਬੂਤ ਹੀ ਨਹੀਂ, ਆਪਾਂ ਕਿਵੇਂ ਕਹਿ ਸਕਦੇ ਹਾਂ ਹੁਣ ਵੀ ਹੁਣ ਨਸ਼ੇ ਬੰਦ ਕਰਾ ਲੈਣ? ਹੁਣ ਤਾਂ ਉਹ ਰਾਜ ਪਾਵਰ 'ਚ ਨੇ, ਹੁਣ ਨਸ਼ੇ ਬੰਦ ਕਰਾ ਲੈਣ? ਹੁਣ ਨਹੀਂ ਨਸ਼ੇ ਬੰਦ ਹੁੰਦੀ। ਜਿਸ ਤਰ੍ਹਾਂ ਹੁਣ ਕਾਂਗਰਸ ਦੀ ਜੇਕਰ ਗੱਲ ਕਰ ਲਈਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਰਾਣਾ ਗੁਰਮੀਤ ਸੋਢੀ ਜਿਹੜੇ ਸਾਡੇ ਖੇਡ ਮੰਤਰੀ ਸੀਗੇ, ਉਹਨਾਂ ਦੇ ਵੱਲੋਂ ਅਸਤੀਫਾ ਦੇ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਉਹਨਾਂ ਦੇ ਮੈਂਬਰ ਬਣ ਗਏ, ਕੀ ਕਹੋਗੇ? ਬੀਜੇਪੀ ਕਿਸਾਨਾਂ ਦੇ ਵਿਰੋਧੀ ਪਾਰਟੀ ਆ। ਉਹ ਦੇਖੋ ਆਪਣਾ 1.5 ਸਾਲ ਦੇ ਕਰੀਬ ਅੰਦੋਲਨ ਚੱਲਿਆਗਾ ਤੇ 500 ਤੋਂ ਵੱਧ ਕਿਸਾਨ ਸ਼ਹੀਦ ਹੋਏ। ਉਹ ਕਿਸਾਨਾਂ ਦੇ ਵਿਰੋਧੀ ਪਾਰਟੀ ਆ, ਪਹਿਲਾਂ ਇਹਨਾਂ ਦਾ ਵਿਰੋਧ ਕਰ ਰਹੇ ਸੀ, ਵੋਟਾਂ ਮੰਗ ਰਹੇ ਸੀ, ਤੇ ਹੁਣ ਉਹਨਾਂ ਨਾਲ ਜਾ ਕੇ ਰਲ ਗਏ। ਇਹ ਕੋਈ ਵਧੀਆ ਚੀਜ਼ ਨਹੀਂ ਹੈਗੀ ਜੀ। ਇਹ ਸਿਰਫ ਕਿਸਾਨਾਂ ਦੇ ਵਿਰੋਧੀ ਪਾਰਟੀ ਨਾਲ ਆਪਾਂ ਉਹ ਕਰੀਏ, ਉਹ ਕੀ ਭਲਾਈ ਕਰ ਲੈਣਗੇ ਲੋਕਾਂ ਦੀ? ਉਹ ਬੀਜੇਪੀ ਦੇ ਵਿੱਚ ਜਾ ਕੇ ਕੀ ਕਿਸਾਨਾਂ ਦੀ ਕੀ ਹੈਲਪ ਕਰ ਦੇਣਗੇ? ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਨੇ, ਕੀ ਉਹਨਾਂ ਦੇ ਲਈ ਕਰ ਦੇਣਗੇ ਜਾਂ ਕੀ ਪੰਜਾਬ ਦੇ ਲੋਕਾਂ ਦੇ ਲਈ ਕਰ ਦੇਣਗੇ? ਉਹੀ ਬੀਜੇਪੀ ਜਿਹਦੇ ਲੀਡਰਾਂ ਦਾ ਵਿਰੋਧ ਹੁੰਦਾ ਰਿਹਾ ਹੁਣ ਤੱਕ, ਕਹਿੰਦੇ ਕਿ ਸਾਡੀ ਵੋਟ ਨਹੀਂ ਪਾਉਣੀ, ਤੇ ਹੁਣ ਉਸੇ ਨਾਲ ਹੀ ਰਲ ਗਏ ਨੇ। ਦੇਖੋ ਇਹ ਨੰਬਰ ਕੁੱਟਣ ਦੇ ਮਾਰੇ ਕਾਂਗਰਸ, ਲਖੀਮਪੁਰ ਘਟਨਾ ਹੋਈ ਸੀ, ਚਲੋ ਇੱਕ ਇਹਨਾਂ ਨੇ ਫੰਡ ਦਿੱਤਾ, ਜਿਹੜੇ ਇੱਥੇ ਪੰਜਾਬ ਦੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਦਿਓ ਫੰਡ। ਲਖੀਮਪੁਰ ਐਡੀ ਬੀਜੇਪੀ ਨੇ ਕਤਲੇਆਮ ਕਰਿਆ, ਇੱਕ ਤਰ੍ਹਾਂ ਦਾ ਕਤਲੇਆਮ ਹੀ ਸੀ ਉਹ। ਤੇ ਪੰਜਾਬ ਦੇ ਲੋਕਾਂ ਨੂੰ ਵੀ ਚਲੋ, ਕਿਸੇ ਦਾ ਧੀ ਪੁੱਤ ਵਾਪਸ ਤਾਂ ਨਹੀਂ ਆ ਸਕਦਾ, ਤਾਂ ਉਹਨਾਂ ਨੂੰ ਮੁਆਵਜ਼ਾ ਤਾਂ ਦੇਣਾ ਚਾਹੀਦਾ ਗਾ। ਸਿਰਫ ਐਲਾਨ ਕਰੀ ਜਾਂਦੇ ਆ, ਉੱਤੋਂ ਇਹ ਕਾਂਗਰਸ ਛੱਡ ਕੇ ਬੀਜੇਪੀ 'ਚ ਜਾਈ ਜਾਂਦੇ ਆ। ਇਹ ਕੋਈ ਚੰਗੀ ਗੱਲ ਨਹੀਂ ਹੈਗੀ ਜੀ। ਇਹ ਸਿਰਫ ਕਿਸਾਨ ਵਿਰੋਧੀ ਕੰਮ ਕਰ ਰਹੇ ਆ, ਡਿਵੈਲਪਮੈਂਟ ਦਾ ਕੋਈ ਕੰਮ ਨਹੀਂ ਕਰ ਰਹੇ। ਚੰਨੀ ਸਾਹਿਬ ਕਹਿੰਦੇ ਆ ਮੈਂ ਧਾਰਾਂ ਚੋਂਦਾ ਰਿਹਾ, ਮੈਂ ਇਹ ਕਰਦਾ ਰਿਹਾ। ਬਾਦਲ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਕਹੀ ਸੀ ਵੀ ਜੇ ਤਾਂ ਧਾਰਾਂ ਚੋਣੀਆਂ ਫਿਰ ਚੰਨੀ ਸਾਹਿਬ ਨੂੰ ਬਣਾ ਲਓ, ਜੇ ਡਿਵੈਲਪਮੈਂਟ ਕਰਨੀ ਆ ਫਿਰ ਸੁਖਬੀਰ ਬਾਦਲ ਸਾਹਿਬ ਨੂੰ ਬਣਾ ਲਓ ਮੁੱਖ ਮੰਤਰੀ।